ਜਿੱਦਾਂ ਤੁਸੀਂ ਸਹੀ ਨਾ, ਤੁਸੀਂ ਕੋਈ ਛੋਟੀ ਜਿਹੀ ਅਕੈਡਮੀ ਖੋਲ ਲਓ, 9ਵੀਂ 10ਵੀਂ ਦੇ ਬੱਚੇ ਪੜ੍ਹਾਇਆ ਕਰੋ। ਨਹੀਂ, ਮੈਂ ਪੜ੍ਹਾਉਣੇ ਸ਼ੁਰੂ ਕੀਤੇ ਸੀ ਤੇ ਕਰੋਨਾ ਦੀ ਵਜ੍ਹਾ ਤੋਂ ਬੱਚੇ ਵੀ ਛੁੱਟੀਆਂ ਕਰਨ ਆਪੇ, ਪੇਪਰ ਪੋਸਟਪੋਨ ਹੋ ਗਏ ਤੇ ਫਿਰ ਹੁਣ ਮੈਂ ਵਿਹਲਾ ਫਿਰ ਰਿਹਾ। ਬੱਚੇ ਕਹਿੰਦੇ ਸ਼ਹਿਜ਼ਾਦੀ ਦੀ ਆਪ ਇੰਗਲਿਸ਼ ਚ ਸੈਪਲੀ। ਪਤਾ ਨਹੀਂ ਯਾਰ, ਮੈਂ ਆ ਬੜਾ ਹੈਰਾਨ ਆ। ਮੇਰੀ ਵਾਈਫ ਨੇ ਸੰਦਾਂ ਸਾਹਮਣੇ ਰੱਖੀਆਂ ਸੀ ਤੇ ਉਹ ਫਿਰ ਬੱਚਿਆਂ ने पढ़ ली होनी। अच्छा, अगर आपने अभी तक हमारा चैनल सब्सक्राइब नहीं किया है तो फौरन इस सब्सक्राइब के बटन पर क्लिक कर दें और साथ ही बने बेल आइकन पर भी क्लिक कर दें ताकि हमारे चैनल की तरफ से आने वाली तमाम लेटेस्ट अपडेट्स आप तक बर वक्त पहुंच सकें। बहुत शुक्रिया। अस्सलाम वालेकुम नाजरीन, प्रोग्राम बोल गप्पे च खुश आमदीद। मैं ਤੁਹਾਡਾ ਹੋਸਟ ਮੁਤਜ਼ਮ ਸ਼ਬੀਰ ਤੇ ਤੁਸੀਂ ਦੇਖ ਰਹੇ ਹੋ IMTV। ਨਾਜ਼ਰੀਨ, ਬਰਤਾਨਵੀ ਸ਼ਾਹੀ ਖਾਨਦਾਨ ਦਾ ਸ਼ਹਿਜ਼ਾਦਾ ਹੈਰੀ, ਜਿਹਦੀ ਇੱਕ ਮੇਗਨ ਨਾਂ ਦੀ ਲੜਕੀ ਦੇ ਨਾਲ ਸ਼ਾਦੀ ਹੋਈ ਸੀ, ਸ਼ਾਦੀ ਤੋਂ ਬਾਅਦ ਘਰੇਲੂ ਝਗੜਿਆਂ ਦੀ ਵਜ੍ਹਾ ਤੋਂ ਉਹਨੇ ਆਪਣਾ ਸ਼ਾਹੀ ਖਾਨਦਾਨ ਛੱਡਣ ਦਾ ਐਲਾਨ ਕਰਤਾ। ਇੰਨੀ ਸ਼ਾਨੋ ਸ਼ੌਕਤ ਛੱਡ ਕੇ ਤੇ ਕੈਨੇਡਾ ਸ਼ਿਫਟ ਹੋ ਗਿਆ। ਤੇ ਕੀ ਵਜ੍ਹਾ ਬਣੀ ਸੀਗੀ, ਕੀ ਮਾਮਲਾ ਸੀਗੇ ਘਰ 'ਚ, ਕਿ ਐਸੀਆਂ ਗੱਲਾਂ ਹੁੰਦੀਆਂ ਸੀਗੀਆਂ ਕਿ ਉਹਨੇ ਖਾਨਦਾਨ ਹੀ ਛੱਡ ਦਿੱਤਾ ਆਪਣਾ। ਤੇ ਸਾਰੀਆਂ ਗੱਲਾਂ ਕਰਨ ਵਾਸਤੇ ਸਾਡੇ ਨਾਲ ਮੌਜੂਦ ਆ ਸ਼ਹਿਜ਼ਾਦਾ ਹੈਰੀ। ਆਜੋ ਇਹਨੂੰ ਪੁੱਛਦੇ ਆ ਸਟੋਰੀ ਕੀ ਸੀ। ਹਾਈ ਹੈਰੀ, ਹਾਊ ਆਰ ਯੂ? ਅਸੀਂ ਹਾਰੇ ਯਾਰ ਮੁਕਤਰਾਂ ਦੇ, ਸਾਡਾ ਹਾਲ ਨਾ ਪੁੱਛ, ਸਾਡਾ ਰੱਬ ਵਾਰਸ। ਬਸ ਨਾਜ਼ਰੀਨ, ਹੈਰੀ ਜਿਹੜਾ ਵਾ ਸਿੰਗਿੰਗ ਮੂਡ ਦੇ ਵਿੱਚ ਤੁਹਾਨੂੰ ਆਪਣੀ ਦਾਸਤਾਨ ਸੁਣਾ ਰਿਹਾ। ਅੱਛਾ, ਤੇ ਹੈਰੀ ਸਾਹਿਬ ਸਾਰਾ ਪ੍ਰੋਟੋਕੋਲ ਛੱਡ ਕੇ, ਇੰਨੀ ਸ਼ਾਨੋ ਸ਼ੌਕਤ ਛੱਡ ਕੇ ਕੀ ਹਾਲ ਕਰ ਲਿਆ ਆਪਣਾ? ਬਾਅਦ 'ਚ ਮੈਨੂੰ ਉਹ ਸ਼ਾਇਰ ਦਾ ਫਿਕਰਾ ਯਾਦ ਆ ਗਿਆ। मुझे छोड़ कर जब तुम जाओगे बड़ा पछताओगे, अल्लाह दिशों बड़ा पछताओगे। यानी कि ਜਦੋਂ ਬੰਦਾ ਦਰਦ ਦੇ ਵਿੱਚ ਹੁੰਦਾ ਵਾ, ਜਿਹੜੀ ਸੁਰ ਸੰਗੀਤ ਦੇ ਨਾਲ ਜਿਹੜੀ ਚੀਜ਼ ਨਿਕਲਦੀ ਆ ਉਦਾਂ ਨਹੀਂ ਨਿਕਲਦੀ। ਬਿਲਕੁਲ ਜੀ, ਅਰਜੀਤ ਸਿੰਘ ਵਰਗਾ ਸ਼ਾਇਰ ਨਹੀਂ ਮੈਂ ਦੇਖਿਆ ਪੂਰੀ ਦੁਨੀਆ 'ਚ। ਮਲਕਾ ਬਰਤਾਨੀਆ ਅੰਮਾ ਹਜ਼ੂਰ, ਉਹ ਤੁਹਾਡਾ ਇੰਨਾ ਕਰਦੀ ਸੀਗੀ, ਉਹਨੇ ਫਿਰ ਵੀ ਤੁਹਾਨੂੰ ਵਾਪਸ ਕਿਉਂ ਨਹੀਂ ਬੁਲਾਇਆ? ਉਹ ਮੈਨੂੰ ਪਤਾ ਕਿੰਨਾ ਕੁ ਕਰਦੀ ਸੀ। ਮੈਨੂੰ ਬਸ ਜਦੋਂ ਉਹਨਾਂ ਨੇ ਮੈਨੂੰ ਵਾਪਸ ਨਹੀਂ ਬੁਲਾਇਆ, ਮੇਰੇ ਇੱਕੋ ਜ਼ਹਿਨ 'ਚ ਕੀ ਕਹਿ ਗਏ ਨੇ ਪੰਡਿਤ ਜਵਾਹਰ ਲਾਲ ਨਹਿਰੂ, ਉਹ ਮੈਥੋਂ ਤੇਰਾ ਮਨ ਪੜਿਆ, ਮਨ ਪੜਿਆ ਬਦਲ ਗਿਆ ਸਾਰਾ, ਉਹ ਤੂੰ ਮੈਨੂੰ ਛੱਡ ਜਾਣਾ, ਗੱਲਾਂ ਤੇਰੀਆਂ ਤੋਂ ਲੱਗਦਾ ਏ ਮਲਕੋ, ਗੱਲ ਗੱਲ ਤੇ ਸ਼ੱਕ ਕਰਨਾ ਏ, ਐਤਬਾਰ ਜ਼ਰਾ ਵੀ ਨਹੀਂ, ਹੁਣ ਤੇਰੇ ਮਹਿਲਾਂ ਵਿੱਚ ਮੇਰੇ ਲਈ ਜਗ੍ਹਾ ਪੂਰਾ ਵੀ ਨਹੀਂ। ਉਹ ਤੈਨੂੰ ਕੋਈ ਹੋਰ ਰੱਖ ਲਓ, ਉਹ ਮੈਥੋਂ ਪੜਿਆ ਨਹੀਂ, ਉਹ ਜਾਣਾ ਕਰਾਇਆ, ਉਹ ਮੈਥੋਂ ਤੇਰਾ ਮਨ ਪੜਿਆ। ਵਾਹ 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 ਵਾਹ, ਯਾਨੀ ਕਿ ਕੋਈ ਜਵਾਬ ਵੀ ਤੁਸੀਂ ਸਿੱਧਾ ਨਹੀਂ ਦੇਣਾ, ਸਾਨੂੰ ਗਾ ਕੇ ਦੇਣ ਡੇ ਯਾਰ। ਇਹ ਆ ਜਿਹੜੀ ਦਿਲ ਦੀ ਤਾਰ ਹੁੰਦੀ ਨਾ ਜੀ ਜੀ, ਇਹ ਸੁਰ ਸੰਗੀਤ ਮੌਸੀਕੀ ਨਾਲ ਹੀ ਦੂਸਰਿਆਂ ਨੂੰ ਸਮਝ ਆਉਂਦੀ। ਬਿਲਕੁਲ ਜੀ, ਜਦੋਂ ਤੁਸੀਂ ਆਪਣਾ ਖਾਨਦਾਨ ਮੈਂ ਛੱਡਿਆ। ਤਾਂ ਸੁਣਿਆ ਪਾਕਿਸਤਾਨ 'ਚ ਸੁਰ ਸੰਗੀਤ ਦੀ ਇੱਜ਼ਤ ਹੀ ਬੜੀ ਆ, ਪਰ ਤੁਹਾਨੂੰ ਦੇਖ ਕੇ ਮੈਨੂੰ ਲੱਗ ਰਿਹਾ ਇੱਥੇ ਤੇ ਸੰਡਿਆਂ ਦੀ ਇੱਜ਼ਤ ਬਹੁਤ। ਸੁਰ ਸੰਗੀਤ ਦੀ ਇੱਜ਼ਤ ਆ ਤੇ ਮੈਂ ਨਾਲ ਡੈਸਕ ਵਜਾਇਆ ਵਾ, ਮੈਨੂੰ ਤੁਹਾਡੀ ਕਦਰ ਸੀਗੀ। ਇਹ ਤੁਹਾਨੂੰ ਮੇਰੀ ਕਦਰ ਨਹੀਂ, ਤੁਹਾਨੂੰ ਨਜ਼ਰ ਦੀ ਕਦਰ ਆ ਕਿ ਤੁਹਾਨੂੰ ਨਜ਼ਰ ਹੋਵੇ। ਵੈਸੇ ਵੀ ਇਹ ਖਾਨਦਾਨ ਨਹੀਂ ਪੇਸ਼ ਆਉਂਦਾ। ਕੋਈ ਐਸੀ ਗੱਲ ਨਹੀਂ। ਜਦੋਂ ਤੁਸੀਂ ਖਾਨਦਾਨ ਛੱਡਿਆ, ਪੂਰੀ ਦੁਨੀਆ 'ਚ ਬ੍ਰੇਕਿੰਗ ਨਿਊਜ਼ ਆ ਗਈ ਕਿ ਸ਼ਹਿਜ਼ਾਦਾ ਸ਼ਾਹੀ ਖਾਨਦਾਨ ਛੱਡ ਗਿਆ। ਸਾਡੇ ਨਾਜ਼ਰੀਨ ਇਹ ਜਾਣਨਾ ਚਾਹਣਗੇ ਕਿ ਐਸੀ ਘਰ ਦੇ ਵਿੱਚ ਕੀ ਵਜ੍ਹਾ ਬਣ ਗਈ, ਕੀ ਝਗੜੇ ਹੁੰਦੇ ਸੀਗੇ, ਕੋਈ ਮਤਲਬ ਕਿ ਕੋਈ ਸੋਲਿਡ ਰੀਜ਼ਨ ਸਾਨੂੰ ਦਿਓ ਕਿ ਆਵਾਮ ਨੂੰ ਪਤਾ ਲੱਗੇ ਕਿ ਤਾਂ ਤੁਸੀਂ ਘਰ ਛੱਡਿਆ। ਉਹੀ ਵਜ੍ਹਾ ਯਾਰ ਜਿਹੜੀ ਸਾਸ ਵੀ ਕਭੀ ਬਹੂ ਮੇਂ ਬਤਾਈ ਗਈ ਹੈ। ਮਤਲਬ 1900 ਸਿਆਫੇ। ਤੁਹਾਨੂੰ ਪਤਾ ਜਿਹੜੀ ਮੈਗਨ ਤੁਹਾਡੀ ਬੀਵੀ, ਮੈਗਨ ਮੇਰੀ ਬੀਵੀ, ਮਾਈ ਸਵੀਟ ਹਾਰਟ, ਤੇਰੀ ਜ਼ੋਜਾ ਵਾਈਫ, ਮੇਰੀ ਜ਼ੋਜਾ ਮੁਹਤਰਮਾ, ਹਾਂ, ਉਹਨੇ ਕਦੀ ਕਿਸੇ ਦੀ ਗੱਲ ਨਹੀਂ ਸੁਣੀ। ਉਹਨੇ ਤੇ ਕਦੀ ਮੇਰੀ ਫੋਨ ਨਹੀਂ ਸੀ ਸੁਣਿਆ। ਉਹ ਕਿੱਦਾਂ ਮੇਰੇ ਘਰ ਆ ਕੇ ਮੇਰੀ ਅੰਮੀ ਦੀ ਗੱਲ ਸੁਣਦੀ। ਤੁਹਾਨੂੰ ਪਤਾ ਜਿੱਦਾਂ ਸੱਸ ਨੂੰਹ ਦੀ ਲੜਾਈ ਹੁੰਦੀ ਵਾ, ਮੇਰੀ ਬੀਵੀ ਜਿੱਦਣ ਪਹਿਲੇ ਦਿਨ ਘਰ ਆਈ ਵਾ, ਮੇਰੀ ਅੰਮੀ ਨੇ ਉੱਥੇ ਪਾਈ ਅੜੀ ਚੱਕ ਲਈ, ਕਹਿੰਦੀ ਮੇਰੇ ਗੋਟੇ ਕੋਟ। ਮੈਂ ਕਿਹਾ ਅੰਮੀ ਜੀ ਇਹ ਕਿਹੜਾ ਤੁਹਾਡਾ ਸਾਲਾ ਵਾ, ਇਹ ਤੁਹਾਡੀ ਨੂੰਹ ਆ, ਗੋਡਾ ਫਰਾਈ ਕੇ ਕੋ ਤੁਸੀਂ ਕਰਦੇ ਪਏ ਆ। ਕਹਿੰਦੀ ਨਹੀਂ ਮੇਰੇ ਗੋਡੇ ਪੁਰਾਣੇ ਹੋ ਗਏ ਆ ਹੁਣ। ਮੈਂ ਕਿਹਾ ਨਵੇਂ ਲਵਾ ਲਓ ਫਿਰ, ਤੁਸੀਂ ਮੇਰੀ ਬੁੱਢੀ ਕੋਲ ਕਟਵਾਉਣੇ ਵਾ। ਮਲਕਾ ਨੂੰ ਵੀ ਜੁਗਤਾ ਨਹੀਂ, ਮਲਕਾ ਤੋਂ ਪਹਿਲੇ ਮੇਰੀ ਵਾਲਦਾ ਵਾ ਤੇ ਜੁਗਤਾ ਜਾਇਜ਼।
ਜੁਗਤਾਂ ਇਹ ਫੈਸਲਾਬਾਦ ਜਦੋਂ ਮੈਂ ਪਿਛਲੇ ਦੌਰ 'ਚ ਆਇਆ ਸੀ ਨਾ ਤੇ ਉਦੋਂ ਉਹਨਾਂ ਨੇ ਦੱਸਿਆ ਸੀ ਕਿ ਨਾ ਅੱਬੂ ਬਖਸ਼ਿਸ਼ ਆ ਨਾ ਅੰਮੀ ਬਖਸ਼ਿਸ਼ ਆ। ਤਾਂ ਫਿਰ ਤੁਹਾਨੂੰ ਪਤਾ ਸੀ ਜਿੱਥੇ ਵੀ ਜਾਈਦੀ ਅੱਛੀ ਚੀਜ਼ ਅਡੋਪਟ ਕਰ ਲਈਦੀ। ਹਾਂ ਬਿਲਕੁਲ ਜੀ। ਤੇ ਮੈਂ ਪਹਿਲੇ ਜ਼ਹਿਨ ਬਣਾਇਆ ਸੀ ਕਿ ਜਦੋਂ ਮੈਂ ਉੱਧਰੋਂ ਸ਼ਿਫਟ ਆਊਂਗਾ ਤਾਂ ਸ਼ਾਹੀ ਕਿਲੇ ਆਊਂਗਾ। ਸ਼ਾਹੀ ਕਿਲੇ ਸਮਾਨ ਮੈਂ ਆਪਣਾ ਅੱਧਾ ਭੇਜਦਾ ਸੀ। ਅੱਛਾ ਉਹ ਸਮਾਨ ਤੁਹਾਡਾ ਪਿਆ ਵਾ ਤੋਪਾਂ ਜੀਆਂ? ਹਾਂਜੀ ਉਹ ਤੋਪਾਂ ਸਾਡੀਆਂ ਵਾ ਪਰ ਉਹ ਯਾਦਗਾਰ ਵਾਲੇ ਨਹੀਂ ਮੰਨੇ। ਉਹਨੂੰ ਵੀ ਕਈ ਤੋਪਾਂ ਲੱਗੀਆਂ ਵਾ, ਪਾਰਟੀ ਸੀ ਨਾ? ਨਹੀਂ ਉਹ ਯਾਦਗਾਰ ਵਾਲੇ ਵਾਵਾ ਉੱਚਾ ਹੀ ਗਏ ਨਾ। ਅੱਛਾ। ਤੇ ਮੇਰੀ ਬੇਗਮ ਕਹਿੰਦੀ ਕਿ ਯਾਦਗਾਰ ਆਪਣੇ ਕਮਰੇ 'ਚ ਝਾਤੀ ਮਾਰਦਾ। ਫਿਰ ਮੈਂ ਉੱਥੋਂ ਸਮਾਨ ਵਾਪਸ ਮੰਗਾ ਲਿਆ। ਮੈਂ ਕਿਹਾ ਸੀ ਕਿ ਮੈਂ ਤੇ ਕਿਸੇ ਮਰਦ ਦੀ ਜਾਂ ਸੀਮਟ ਵਾਲੇ ਕਰੈਕਟਰ ਦੀ ਨਹੀਂ ਨਜ਼ਰ। ਬੜੀ ਸਿਆਣੀ ਆ ਤੁਹਾਡੀ ਬੀਵੀ, ਯਾਨੀ ਕਿ ਜੀ ਬਿਲਕੁਲ ਸਿਆਣੀ। ਮੈਂ ਤੇ ਦੇਖੋ ਰੋਡ ਤੇ ਫਿਰ ਰਹੇ ਹਾਂ ਅਸੀਂ। ਯਾਨੀ ਕਿ ਤੁਸੀਂ ਵਾਲਦੈਨ ਦੀ ਖਿਦਮਤ ਨਹੀਂ ਸੀ ਕਰਦੇ, ਬੀਵੀ ਪਿੱਛੇ ਲੱਗ ਕੇ ਤੇ ਘਰ ਛੱਡ ਦਿੱਤਾ। ਇਹ ਕਹਿਣਾ ਯਾਰ ਮੈਂ ਕਰਦਾ ਸੀ, ਮੇਰੀ ਬੀਵੀ ਕੋ ਕਿਉਂ ਕਰਵਾਉਂਦੇ ਸੀ? ਦੇਖੋ ਨਾ ਇੱਕ ਚੀਜ਼, ਜਦੋਂ ਗੱਡੀ ਦਾ ਇੱਕ ਵੀਲ ਜੋ ਟੁੱਟ ਰਿਹਾ ਵਾ, ਹਾਂਜੀ, ਤੇ ਦੂਸਰੇ ਨੂੰ ਕਾਹਦੀ ਲੋੜ ਐਵੇਂ ਜ਼ੋਰ ਲਾਉਣ ਦੀ? ਵਾਹ ਕਿਆ ਮਿਸਾਲ ਦਿੱਤੀ ਤੁਸੀਂ। ਹਾਂਜੀ ਜ਼ੋਰ ਦੇਖ ਲਓ, ਮੋਟਰਸਾਈਕਲ ਦਾ ਪਿਛਲਾ ਵੀਲ ਹੀ ਲਾਉਂਦਾ, ਵਾਹ, ਅਗਲਾ ਆਪ ਹੀ ਟੁੱਟੀ ਜਾਂਦਾ ਵਾ। ਤੇ ਫਿਰ ਮੇਰੀ ਵਾਲਦਾ ਨੂੰ ਵੀ ਚਾਹੀਦਾ ਸੀ ਕਿ ਅਕਲ ਦੇ ਨਾਖੂਨ ਲਾਉਣ। ਹਾਂ ਜਿੱਦਾਂ ਤੁਸੀਂ ਸਹੀ ਨਾ, ਤੁਸੀਂ ਕੋਈ ਛੋਟੀ ਜਿਹੀ ਅਕੈਡਮੀ ਖੋਲ ਲਓ, 9ਵੀਂ 10ਵੀਂ ਦੇ ਬੱਚੇ ਪੜ੍ਹਾਇਆ ਕਰੋ। ਨਹੀਂ ਮੈਂ ਪੜ੍ਹਾਉਣੇ ਸ਼ੁਰੂ ਕੀਤੇ ਸੀ ਤੇ ਕਰੋਨਾ ਦੀ ਵਜ੍ਹਾ ਤੋਂ ਬੱਚੇ ਵੀ ਛੁੱਟੀਆਂ ਕਰਨ ਆਪੇ, ਪੇਪਰ ਪੋਸਟਪੋਨ ਹੋ ਗਏ ਤੇ ਫਿਰ ਹੁਣ ਮੈਂ ਵਿਹਲਾ ਫਿਰ ਰਿਹਾ। ਉਹ ਬੱਚੇ ਕਹਿੰਦੇ ਸ਼ਹਿਜ਼ਾਦੇ ਦੀ ਆਪ ਇੰਗਲਿਸ਼ ਸੈਪਲੀ। ਪਤਾ ਨਹੀਂ ਯਾਰ, ਮੈਂ ਆ ਬੜਾ ਹੈਰਾਨ ਆ। ਮੇਰੀ ਵਾਈਫ ਨੇ ਸੰਦਾਂ ਸਾਹਮਣੇ ਰੱਖੀਆਂ ਸੀ ਤੇ ਉਹ ਫਿਰ ਬੱਚਿਆਂ ਨੇ ਪੜ੍ਹ ਲਈ ਹੋਣੀ। ਓ ਅੱਛਾ ਸ਼ਹਿਜ਼ਾਦਾ ਸਾਹਿਬ, ਮੈਂ ਤੁਹਾਡੀਆਂ ਗੱਲਾਂ ਸੁਣ ਲਈਆਂ, ਤੁਹਾਡੀਆਂ ਵੀ ਸੁਣ ਲਈਆਂ, ਤੁਹਾਡੀ ਵਾਲਦਾ ਦੀਆਂ ਵੀ ਸੁਣ ਲਈਆਂ, ਵਾਈਫ ਦੀਆਂ ਵੀ ਸੁਣ ਲਈਆਂ। ਮੈਨੂੰ ਸਮਝ ਨਹੀਂ ਆ ਰਹੀ ਕਿ ਸਾਰੇ ਮਾਮਲੇ 'ਚ ਕਸੂਰ ਕਿਹਦਾ ਸੀਗਾ? ਕਸੂਰ ਜੀ 50-50 ਸੀ, ਦੋਵੇਂ ਰਲ ਕੇ ਖੇਡਦੀਆਂ ਸੀ। ਅੱਛਾ। ਹਰ ਵੇਲੇ ਚੁੰਝਾਂ ਫਸਾਈ ਰੱਖਦੀਆਂ ਸੀ ਦੋਵੇਂ। ਕਦੀ ਮੇਰੀ ਬੀਵੀ ਨੇ ਜੇ ਹੋਰ ਹੱਥ ਰੱਖਣਾ ਤੇ ਮੇਰੀ ਵਾਲਦਾ ਨੇ ਆਪਣੀ ਚੁੰਝਾਂ ਅੱਗੇ ਕਰ ਦਿੱਤੀ। ਯਾਨੀ ਕਿ ਇੰਜ ਰਹਿਣਾ ਮਾਮਲਾ, ਇੰਜ ਨਹੀਂ ਸੀ ਹੁੰਦਾ? ਕਦੀ ਵੀ ਨਹੀਂ ਸੀ ਹੋਇਆ ਭਾਈ। ਮੇਰੀ ਵਾਲਦਾ ਨਾ ਜਿਹੜੀ ਉਹ ਅਦਲੋ ਇਨਸਾਫ ਕਰਦੀ, ਤੁਹਾਨੂੰ ਪਤਾ ਮਲਕਾ ਤਾਦੀ ਤੇ ਇੰਨੀ ਦੇਰ। ਵਾਹ ਲੜਾਈ 'ਚ ਵੀ? ਬਿਲਕੁਲ ਜੀ, ਲੜਾਈ 'ਚ ਵੀ, ਜੂਆਂ ਕੱਢਣ 'ਚ ਵੀ। ਉਹ ਰੌਲਾ ਇਹ ਹੁੰਦਾ ਸੀ, ਜਦੋਂ ਮੇਰੀ ਵਾਲਦਾ ਪਕਾਉਂਦੇ ਸੀ ਉਦੋਂ ਪੱਕੀ ਰੋਟੀ ਹੁੰਦੀ ਸੀ, ਜਦੋਂ ਮੇਰੀ ਘਰ ਦੀ ਪਕਾਉਂਦੀ ਸੀ ਉਦੋਂ ਕੱਚੀ ਲਾਥੀ ਹੁੰਦੀ ਸੀ। ਅੱਛਾ ਉਹਨੂੰ ਪਕਾਉਣੀ ਨਹੀਂ ਸੀ ਆਉਂਦੀ? ਉਹਨੂੰ ਪਕਾਉਣੀ ਨਹੀਂ ਸੀ ਹੁੰਦੀ। ਤੁਹਾਨੂੰ ਫਿਰ ਪਤਾ ਮੇਗਨ ਸੀ ਤੇ ਮੈਂਗਨ ਸੀ। ਮੇਗਨ ਬਰਸੋਰੇ ਮੇਗਾ। ਹਾਂਜੀ ਮੇਗਨ। ਤੁਸੀਂ ਉਹ ਕੁਲਫੀ ਵੀ ਖਾਧੀ ਹੋਣੀ, ਮੈਗਨਮ। ਉਹ ਹੋਰ ਆ ਭਾਈ, ਉਹ ਇਹਦੀ ਕਜ਼ਨ ਨੇ ਬਣਾਈ ਆ ਮੈਗਨਮ। ਚਾਕਲੇਟ ਟਾਈਪ? ਹਾਂ ਚਾਕਲੇਟ ਟਾਈਪ। ਤੁਸੀਂ ਇਹਦੀ ਰੰਗਤ ਨਹੀਂ ਦੇਖੀ ਮੇਰੀ ਘਰ ਦੀ? ਦੇਖੀ ਮਾਸ਼ਾਅੱਲਾ, ਫੁੱਲ ਬਲੈਕ। ਤੇ ਤਮੀਜ਼ ਕਰੋ ਜ਼ਰਾ। ਬੁੱਲੇ ਸ਼ਾਹ ਜਿੱਥੇ ਅੱਖ ਲੜ ਜਾਵੇ ਉੱਥੇ ਗੋਰੀ ਕੀ ਕਾਲੀ। ਵਾਹ, ਯਾਨੀ ਕਿ ਸ਼ਹਿਜ਼ਾਦੇ ਨੂੰ ਬੁੱਲੇ ਸ਼ਾਹ ਦਾ ਕਲਾਮ ਵੀ ਯਾਦ ਆ? ਬਸ ਜੀ ਤੁਹਾਡੇ ਕਸੂਰ ਤੋਂ ਯਾਦ ਆਇਆ ਮੈਨੂੰ ਕਿ ਬੁੱਲੇ ਸ਼ਾਹ ਕਸੂਰ ਚ ਬੁੱਲੇ ਸ਼ਾਹ ਹੀ ਹਸਤੀ ਰਹਿੰਦੀ। ਵਾਹ ਵਾਹ। ਤੇ ਲੂਣਾ ਕਸਟਰਡ ਪਕਾ ਦਿੰਦੀ ਹੁੰਦੀ ਸੀ ਮੇਰੀ ਬੇਗਮ ਕਦੀ ਕਿਤੇ, ਕਿਉਂਕਿ ਉਹਨਾਂ ਦੇ ਪਿਛਲੇ ਜਿਹੜੇ ਖਾਨਦਾਨ ਹੈ ਨਾ ਸਾਰਿਆਂ ਨੂੰ ਸ਼ੂਗਰ ਸੀ। ਉਹਨਾਂ ਨੂੰ ਹੁਣ ਕੀ ਪਤਾ ਕਿ ਸਾਨੂੰ ਸ਼ੂਗਰ ਹੈ ਕਿ ਨਹੀਂ। ਅਸੀਂ ਤੇ ਸਾਨੂੰ ਤੇ ਬਸ ਅੱਲਾ ਦਾ ਸ਼ੁਕਰ ਆ, ਸਮਝ ਰਹੇ ਹੋ? ਉਹਨੇ ਸਮਝਿਆ ਇਹਨਾਂ ਨੂੰ ਸ਼ੂਗਰ ਆ, ਅਸੀਂ ਹਰ ਵੇਲੇ ਸ਼ੂਗਰ ਕਰਦੇ ਰਹਿੰਦੇ। ਉਹਨੂੰ ਸਮਝਦਾ ਸੀ ਸ਼ੂਗਰ ਕਰਦਾ ਰਹਿੰਦਾ ਵਾ, ਤੇ ਉਹਨੇ ਫਿਰ ਲੂਣਾ ਕਸਟਰਡ ਬਣਾਉਣਾ ਸ਼ੁਰੂ ਕਰਤਾ। ਮੇਰੀ ਵਾਲਦਾ ਨੇ 1 ਵਾਰੀ ਖਾਧਾ, 2 ਵਾਰੀ ਖਾਧਾ। ਮੇਰੀ ਤਾਂ ਮਜਬੂਰੀ ਸੀ, ਤੁਹਾਨੂੰ ਪਤਾ ਹੀ ਹੈ। ਡਰਦੇ ਸੀ ਤੁਸੀਂ? ਡਰਦੇ ਸੀ ਕਿਉਂਕਿ ਉਹਦੀ ਛੋਟੀ ਬੜੀ ਬੇਆਵਾਜ਼। ਬੁੱਢੀ ਦੀ? ਨਹੀਂ ਰੱਬ ਦੀ ਯਾਰ, ਬੁੱਢੀ ਕਿੱਥੇ ਤੁੱਲੇ। ਅੱਛਾ ਯਾਨੀ ਕਿ ਬੁੱਢੀ ਵਾਲੀ ਦੀ ਤੇ ਆਵਾਜ਼ ਹੀ ਬੜੀ ਆਉਂਦੀ। ਯਾਨੀ ਕਿ ਔਰਤ ਦੀ ਖਿਦਮਤ ਨਹੀਂ ਕਰਨੀ ਤੇ ਭੈਣੀਆਂ। ਬੁੱਢੀ ਵਾਲੀ ਦੀ ਤੇ ਆਵਾਜ਼ ਹੀ ਬੜੀ ਆਉਂਦੀ ਹੈ। ਜਿਹੜੀ ਸੋਟੀ ਵੱਜਦੀ ਨਾ, ਉਹਦੀ ਸੋਟੀ ਨਹੀਂ, ਉਹਦਾ ਲਿੱਤਰ ਵੱਜਦਾ ਵਾ। ਅੱਛਾ ਭਾਂਡੇ। ਕਦੀ ਫਰਾਈ ਬਨ ਖਾਧਾ ਤੁਸੀਂ ਘਰ ਦੀ ਕੋਈ? ਨਹੀਂ, ਮੇਰੀ ਦੀ ਹਾਲੇ ਸ਼ਾਦੀ ਨਹੀਂ ਹੋਈ। ਚਲੋ ਇਨਸ਼ਾਅੱਲਾ ਖਾਉਂਗੇ। ਮੇਰੀ ਤੇ ਦਵਾਈ ਆ ਦੋਵਾਂ ਹੱਥਾਂ। ਕੋਈ ਅੱਛੀ ਦਵਾ ਦੇ ਸ਼ਹਿਜ਼ਾਦੇ। ਅੱਛੀ ਦੇ ਦਿੰਦੇ ਤੁਸੀਂ ਹਸ਼ ਪਪੀ ਦੇ ਸੈਂਡਲ ਖਾਓਗੇ ਇਨਸ਼ਾਅੱਲਾ। ਯਾਨੀ ਕਿ ਤੇਰੇ ਨਾਲ ਆਪਣੇ ਨਾਲ ਹੋਈ ਹੈ ਤੇ ਮੈਨੂੰ ਬਦਦੁਆਵਾਂ ਦੇਈ ਜਾਂਦੇ ਆ? ਨਹੀਂ ਬਦਦੁਆ ਨਹੀਂ ਹੈ, ਦੁਆ ਹੁੰਦੀ ਹੈ। ਇੱਕ ਭਰਾ ਇੱਕ ਦੂਸਰੇ ਸਮਝ ਰਿਹਾ ਮੈਂ, ਗੈਰ ਬੰਦੇ ਨੂੰ ਦਵਾਈ ਦੇ ਸਕਦਾ। ਬਿਲਕੁਲ ਜੀ ਬਿਲਕੁਲ। ਫਿਰ ਉਸ ਤੋਂ ਬਾਅਦ ਇੱਕ ਵਾਰ ਵਾਲੀਬਾਲ ਖੇਡਿਆ। ਵਾਲੀਬਾਲ ਮਤਲਬ ਸਾਡੇ ਬਾਲ ਬੱਚੇ ਨਹੀਂ ਸੀ ਹੈ ਤੇ ਫਿਰ ਅਸੀਂ ਕਿਹਾ ਵਾਲੀਬਾਲ ਨਹੀਂ ਦਿਲ ਲਾ ਲਈਏ। ਅੱਛਾ। ਤੇ ਫਿਰ ਉਹ ਮੇਰੀ ਵਾਲਦਾ ਤੇ ਮੇਰੀ ਘਰ ਦੀ ਦੋਵੇਂ ਖੇਡਣ ਦਈਆਂ ਤੇ ਆਮਨੇ ਸਾਹਮਣੇ। ਵਾਹ। ਮੇਰੀ ਵਾਲਦਾ ਤੁਹਾਨੂੰ ਪਤਾ ਗੋਡਿਓਂ ਰਹੀ ਹੈ, ਗੋਡਿਓਂ ਗਿੱਟਿਓਂ ਹੀ ਰਹੀ ਹੈ। ਤੇ ਫਿਰ ਉਹਨੇ ਜਦੋਂ ਸ਼ੂਟ ਮਾਰਿਆ ਮੇਰੀ ਘਰ ਦੀ ਨੇ, ਅੱਛਾ, ਮੇਰੀ ਵਾਲਦਾ ਦੇ ਦੋਵਾਂ ਗੋਡਿਆਂ ਤੇ ਇੱਕੋ ਵਾਰੀ ਵੱਜ ਗਏ। ਇੱਕ ਤੀਰ ਨਾਲ 2 ਨਿਸ਼ਾਨੇ ਕਰ ਲਏ। ਯਾਨੀ ਕਿ ਖੇਲਦੀ ਵੀ ਰਹੀ ਤੇ ਮਕਸਦ ਵੀ ਪੂਰਾ ਹੋ ਗਿਆ। ਹਾਂ ਉਹ ਇਦਾਂ ਹੋਇਆ ਕਿ ਮੇਰੀ ਵਾਲਦਾ ਦਾ ਝੱਪ ਨਿਕਲ ਗਿਆ ਜਿੱਦਾਂ ਗੋਡੇ ਦਾ ਨਹੀਂ ਨਿਕਲਦਾ।
ਤੇ ਮੇਰੇ ਵਾਲਦਾ ਡਿੱਗ ਗਈ ਐ ਕਿ ਜਿੱਦਾਂ ਮਾੜੇ ਬੰਦੇ ਦੇ ਹਾਲਾਤ ਨਹੀਂ ਡਿੱਗਦੇ ਐ ਥੱਲੇ। ਤੇ ਤੁਸੀਂ ਵੀ ਏਡੇ ਫਰਮਾਬਰਦਾਰ ਬੇਟੇ ਸੀਗੇ ਕਿ ਬੀਵੀ ਦੀ ਸਾਈਡ ਲਈ? ਹਾਂ, ਮੈਂ ਪਹਿਲੇ ਆਪਣੀ ਬੀਵੀ ਨੂੰ ਸੁੱਟਿਆ, ਉਹਨੇ ਜ਼ੋਰ ਲਾ ਕੇ ਸ਼ੂਟ ਮਾਰਿਆ, ਉਹ ਵੀ ਡਿੱਗ ਗਈ, ਮੈਂ ਉਹਨੂੰ ਚੁੱਕ ਲਿਆ। ਉਹ ਜਿਹਨੂੰ ਸਰਵਿਸ ਕਹਿੰਦੇ ਆ। ਆਹੋ, ਉਹਨੂੰ ਸ਼ੂਟ ਵੀ ਕਹਿੰਦੇ ਆ। ਸ਼ੂਟ ਪੈਰਾਂ ਨਾਲ ਹੁੰਦੀ ਆ। ਉਹਨੇ ਸ਼ੂਟ ਹੱਥ ਵਾਲਾ ਵੀ ਹੁੰਦਾ। ਵਾਲੀਬਾਲ ਕਦੀ ਵੇਖਿਆ ਵੀ ਆ? ਤੇਰੇ ਵਰਗੇ ਬੰਦੇ ਘਰੋਂ ਸਬਜ਼ੀ ਲੈਣ ਗਏ ਬਿਲਾ ਵਜ੍ਹਾ ਸ਼ੂਟ ਹੋ ਜਾਂਦੇ। ਅੱਛਾ, ਤੈਨੂੰ ਬਹੁਤੀ ਮੈਂ ਛੂਟ ਦੇਤੀ ਆ, ਤੂੰ ਥੱਦ ਮੈਨੂੰ ਏਦਾਂ ਬੋਲ ਰਿਹਾ। ਬਰੀਕ ਸ਼ਹਜ਼ਾਦਾ, ਬਰੀਕ ਸ਼ਹਜ਼ਾਦਾ। ਹੋਰ ਮੈਂ ਅੱਛਾ ਵੱਡੇ ਬੂਹੇ ਵਾਲ ਦੀ। ਅੱਛਾ, ਇਹ ਤਾਂ ਸਾਰੀਆਂ ਵਜ੍ਹਾ ਹੋ ਗਈਆਂ ਘਰ ਛੱਡਣ ਦੀਆਂ। ਤੁਸੀਂ ਸਿਰਫ ਕੈਨੇਡਾ ਕਿਉਂ ਚੁਣਿਆ? ਇੰਨੇ ਮੁਲਕ ਸੀਗੇ ਹੋਰ ਅੱਛੇ। ਕੈਨੇਡਾ ਏਦਾਂ ਜੀ ਕਿ ਮੈਂ ਕੈਨੇਡਾ ਪਿਆ ਤੈਨੂੰ। ਵਾਹ। ਕਿ ਹਟ ਜਾ। ਮੇਰੀ ਵਾਲਦਾ ਕੈਨੇਡੇ ਹੁੰਦੇ ਸੀ। ਤੁਹਾਡੀ ਵਾਲਦਾ ਕੈਨੇਡੇ ਹੁੰਦੇ ਸੀ ਕਿ ਇਹ ਬੜਾ ਇਲਾਕਾ ਵਾ। ਫਿਰ ਮੇਰੇ ਵਾਲ ਸਾਹਿਬ ਨੂੰ ਵੀ ਮੈਂ ਕੈਨੇਡਾ ਦੇ ਆ ਸੁਣਿਆ। ਉਹ ਕੈਨੇਡਾ ਉਹ ਕਹਿੰਦੇ ਹੁੰਦੇ ਆ। ਅੱਛਾ, ਤੁਸੀਂ ਇਹ ਕਹਿ ਰਹੇ ਹੋ। ਤੂੰ ਸਾਰੀਆਂ ਗੱਲਾਂ ਇਹਦੇ 'ਚ ਕੈਨੇਡਾ ਨੂੰ ਲਾ ਪਿਆ। ਬਸ ਜੀ, ਮੇਰਾ ਜਦੋਂ ਦਿਮਾਗ ਘੁੰਮ ਗਿਆ ਜੀ, ਜਦੋਂ ਦੇ ਮਹਿਲ ਚੋਂ ਬਾਹਰ ਆਇਆ ਨਾ। ਯਾਨੀ ਕਿ ਹੁਣ ਤਾਂ ਤੁਹਾਨੂੰ ਯਾਦ ਵੀ ਨਹੀਂ ਰਿਹਾ ਹੋਣਾ ਕੀ ਚੱਕਰ ਬਣਿਆ ਸੀਗਾ। ਤੇ ਗਰਮ ਜੂਸ, ਠੰਡੀ ਚਾਹ ਦਾ ਆਪਣਾ ਹੀ ਸਵਾਦ। ਵਾਹ, ਉਲਟ ਕਰਤੀ ਯਾਨੀ ਕਿ ਹਰ ਚੀਜ਼। कहता तुम्हारे जाने के बाद सब पलट गई तरतीबें। वाह। कहीं लकड़ी की खिड़की को लग गया जंग। वाह। कहीं लोहे की बारी को दीमक लग गई। वाह। कहीं पतंग कट गई। हाँ जी, कहीं पतंग, कहीं बस नहीं, कहीं ना कहीं पतंग से डकैती हो गई। वाह। कहीं फायरिंग बो हो गई। कहीं फाल साल चल पड़ा, कहीं स्ट्रॉबेरी का राज। जी देखे ना अमरूद का पेड़। वाह, क्या बात, क्या बात। ठंडे मिजाज के आम। जी बिल्कुल जी। वाह। अच्छा शहजादा साहब, मैं सुनिया वा कि ਤੁਹਾਡੇ ਕੋਲ ਕੈਨੇਡਾ ਵਾਲਿਆਂ ਨੇ, ਕੈਨੇਡਾ ਗਵਰਨਮੈਂਟ ਨੇ ਤੁਹਾਡੇ ਕੋਲ ਸਿਕਿਉਰਿਟੀ ਵਾਪਸ ਲੈ ਲਈ ਜਿਹੜੀ ਤੁਹਾਨੂੰ ਦਿੱਤੀ ਸੀ ਉਹਨਾਂ ਨੇ। ਲੈਣੀ ਸੀ ਜੀ, ਮੈਂ ਕਿਹੜਾ ਬੈਂਕ ਜਿਹੜਾ ਸਿਕਿਉਰਿਟੀ ਹਰ ਵੇਲੇ ਮੇਰੇ ਪਿੱਛੇ ਅੱਗੇ ਹੋਵੇ। ਪਰਸਨੈਲਿਟੀ ਆ। ਪਰਸਨੈਲਿਟੀ ਤੇ ਫਿਰ ਵੇਖੋ ਨਾ, किस्मत नहीं मिल जाती। ये देखो ना, ये दौलत भी ले लो, ये शोहरत भी ले लो, भले छीन लो मुझसे मेरी जवानी, मगर मुझे दे दो वो लोटे जैसे गाठ, कागज की गोली वो गटरों का पानी। वाह। ਜਦੋਂ ਤੁਹਾਨੂੰ ਯਾਦ ਆ, ਤੁਸੀਂ ਵੀ ਸ਼ਾਇਦ ਖੇਲਦੇ ਹੋ, ਜਦੋਂ ਬਾਰਿਸ਼ ਪੈਂਦੀ ਸੀ ਨਾ। ਹਾਂਜੀ। ਤੇ ਅਕਸਰ ਯੂਕੇ ਦੇ ਨਾ ਗਟਰ ਐ ਉਬਲਦੇ ਹੁੰਦੇ ਸੀ। ਉੱਥੇ ਵੀ ਗਟਰ ਉਬਲਦੇ ਆ ਇੰਜ ਕਰਕੇ? ਉੱਥੇ ਵੀ ਗਟਰ ਉਬਲਦੇ ਆ। ਤੇ ਫਿਰ ਬਾਂਸਾਂ ਦਾ ਰਿਵਾਜ ਵੀ ਹੋਣਾ, ਵੱਡੇ ਬਾਂਸਾਂ ਦਾ। ਇੱਕ ਵਾਰੀ ਤੇ ਐ ਹੋਇਆ ਉੱਥੇ, ਜਦੋਂ ਗਟਰ ਮੈਂ ਨਿੱਕਾ ਜਿਹਾ ਸੀ, ਗਟਰ ਉਬਲਦੇ ਪਏ ਤੇ ਮੈਂ ਵਿੱਚ ਆਲੂ ਸੁੱਟਤਾ। ਮੈਂ ਕਿਹਾ ਉਬਲੇ ਆਲੂ ਖਾਵਾਂਗੇ। ਵਾਹ, ਤੁਹਾਡੀ ਸਾਈਕੀ। ਉਹ ਉਬਲਣ 'ਚ ਤੇ ਉਛਲਣ 'ਚ ਬੜਾ ਫਰਕ ਹੁੰਦਾ ਵਾ। ਬਸ ਮੈਨੂੰ ਨਹੀਂ ਸੀ ਪਤਾ। ਫਿਰ ਅਗਲੀ ਵਾਰੀ ਮੈਂ ਅੰਡੇ ਸੁੱਟਤੇ। ਮੈਂ ਆਪਣਾ ਅੱਧਾ ਬਜਟ ਤੇ ਉੱਤੇ ਗਟਰ ਉਬਲ ਤੇ ਸੁੱਟ ਦਿੰਦਾ ਸੀ। ਮੇਰੀ ਵਾਲਦਾ ਕਹਿੰਦੀ 4-5 ਬਾਰਿਸ਼ਾਂ ਹੋਰ ਹੋ ਗਈਆਂ, ਆਪਣਾ ਮਹਿਲ ਇੱਥੇ ਵੇਖੀ ਜਾਣਾ। ਵਾਹ। ਜਿੰਨਾ ਮੈਂ ਉੱਥੇ ਖਰਚਾ ਕਰਤਾ ਸੀ, ਉਹਨਾਂ ਨੇ ਫਿਰ ਮੈਨੂੰ ਦੱਸਿਆ, ਬੇਟੇ ਇਹ ਗਲਤ ਪਾਣੀ ਆ। ਉਹ ਤਾਂ ਤੇਰੇ ਤੋਂ ਫਿਰ ਤੰਗ ਹੀ ਬੜੇ ਸੀਗੇ। ਤੂੰ ਗਿਆ ਤਾਂ ਉਹਨਾਂ ਨੇ ਸ਼ੁਕਰ ਅਦਾ ਕੀਤਾ, ਤਾਂ ਹੀ ਤੈਨੂੰ ਵਾਪਸ ਨਹੀਂ ਬੁਲਾਇਆ ਉਹਨੇ। ਤੰਗ ਕਿ ਮੈਂ ਕਿਹੜਾ ਉਹਨਾਂ ਦੇ ਬੈੱਡ ਤੇ ਪੈਣਾ ਸੀ ਯਾਰ। ਉਹ ਮੈਨੂੰ ਵੈਸੇ ਹੀ ਕਹਿ ਦਿੰਦੇ ਕਿ ਪੁੱਤ ਇੱਥੋਂ ਹੈਰੀ ਨਿਕਲ ਜਾ, ਤੇ ਫਿਰ ਮੈਂ ਕਹਿਣਾ ਸੀ ਤੁਸੀਂ ਚਲੇ ਜਾਓ, ਕਿਉਂਕਿ ਮੈਂ ਸਿੱਧਾ ਸਾਦਾ ਬੰਦਾ ਵਾਂ, ਤੁਹਾਨੂੰ ਪਤਾ। ਕੋਈ ਬਹਾਨਾ ਚਾਹੀਦਾ ਸੀ ਨਾ। ਤੇਰਾ ਵਿਆਹ ਉਹਨਾਂ ਨੇ ਇਸ ਕਰਕੇ ਕੀਤਾ ਕਿ ਆਪ ਹੀ ਚਲਾ ਜਾਏਗਾ ਬੁੱਢੀ ਨੂੰ ਲੈਣ। ਬਸ ਜੀ, ਬੁੱਢੀ ਲੈ ਗਈ, ਮੈਂ ਤੇ ਆਪ ਨਹੀਂ ਗਿਆ। ਮੈਨੂੰ ਤਾਂ ਧੱਕੇ ਮਾਰਦੇ ਹੁੰਦੇ ਸੀ ਮੇਰੀ ਕਾਲਜ ਲਾਈਫ 'ਚ। ਅੱਛਾ, ਤੇ ਉੱਥੇ ਜਾ ਕੇ ਤੁਹਾਡੇ ਕੋਲ ਕੋਈ ਪ੍ਰੋਟੋਕੋਲ ਨਹੀਂ, ਕੋਈ ਸ਼ਾਨੋ ਸ਼ੌਕਤ ਨਹੀਂ ਹੈ, ਕੋਈ ਵੀ ਚੀਜ਼ ਨਹੀਂ ਹੈ, ਤੇ ਘਰ ਦਾ ਖਰਚਾ ਕਿੱਦਾਂ ਚੱਲਦਾ? ਘਰ ਦਾ ਖਰਚਾ ਕਦੀ ਮੈਂ ਲੂਡੋ ਦਾ ਸੱਪ ਬਣ ਜਾਂਦਾ ਵਾ, ਅੰਨੇ ਬੰਦਿਆਂ ਨੂੰ ਰੋਡ ਪਾਰ ਕਰਾ ਕੇ ਉਹਨਾਂ ਕੋਲ ਪੈਸੇ ਲੈ ਲੈਣਾ। ਵਾਹ, ਮਿਹਨਤ। ਚੌਂਕ 'ਚ ਖਲੋ ਕੇ ਲੋਕਾਂ ਨੂੰ ਰਾਹ ਦੱਸਦਾ ਵਾ। ਵਾਹ। ਮੰਡੀ 'ਚ ਆਵਾਜ਼ਾਂ ਲਾਉਣਾ ਵਾ। ਵਾਹ। ਉਸ ਤੋਂ ਬਾਅਦ ਗਟਰ ਅਨਲੌਕ ਕਰ ਲਈਦੇ ਆ। ਸੌਫਟਵੇਅਰ ਇੰਜੀਨੀਅਰ ਆ ਮੈਂ। ਗਟਰ ਅਨਲੌਕ? ਹਾਂਜੀ। ਲੈਪਟਾਪ ਨਾ? ਤੁਸੀਂ ਜਾਈਓ ਨਾ ਇੱਥੇ ਤੁਹਾਡੇ ਸ਼ਹਿਰ 'ਚ ਕਿਤੇ ਹੋਣਾ ਸੌਫਟਵੇਅਰ ਹਾਊਸ, ਉੱਥੇ SEO ਡਿਪਾਰਟਮੈਂਟ 'ਚ ਗਟਰ ਅਨਲੌਕ ਕਰ ਦਿੰਦੇ। ਵਾਹ। ਤੇ ਅੱਡੇ 'ਚ ਮੈਂ ਠੀਪੇ ਵੀ ਦੇ ਦੂ ਦਿਨਾ ਵਾ। ਮਨੀ ਐਕਸਚੇਂਜਰ? ਮਨੀ ਐਕਸਚੇਂਜਰ ਆ ਮੈਂ। वाह, ब्रिलियंट यार, आप तो पढ़े लिखे है ही नहीं। नहीं, बिल्कुल नहीं जी। वो आप हाँ भी करें तो मैंने कहना नहीं। ਤੇ ਤੁਸੀਂ ਤੇ ਸਾਰੀ ਦਿਹਾੜੀ ਇਹ ਕੁਝ ਕਰਦੇ ਤੇ ਤੁਹਾਡੀ ਬੀਵੀ ਕੀ ਕਰਦੀ ਹੈ? ਬੀਵੀ ਮੈਂ ਤੁਹਾਨੂੰ ਕੀ ਦੱਸਾਂ, ਪਹਿਲੇ ਉਹਨੇ ਜੋ ਕੁਛ ਮੇਰੇ ਨਾਲ ਕੀਤਾ, ਹੁਣ ਰੱਬ ਤੁਹਾਨੂੰ ਪਤਾ ਵਾ ਜੈਸਾ ਕਰੋਗੇ ਵੈਸਾ ਭਰੋਗੇ। ਬਿਲਕੁਲ। ਉਹਨੇ ਮੈਨੂੰ ਘਰੋਂ ਕਢਾਇਆ ਤੇ ਜਿੰਨੀ ਟੰਗੀ ਹੁਣ ਉਹਨੂੰ ਮੈਂ ਦੇ ਰਿਹਾ ਵਾਂ। ਹੁਣ ਤੇ ਉਹ ਬਸ ਅਫਸੋਸ ਹੀ ਕਰਦੀ ਆ, ਹੋਰ ਕੁਝ ਨਹੀਂ ਕਰਦੀ? ਹੋਰ ਕੁਛ ਨਹੀਂ, ਉਹਦੇ ਕੋਲ ਹੋਣਾ ਵੀ ਨਹੀਂ, ਬਸ ਅਫਸੋਸ ਹੀ ਹੋਣਾ। ਅੱਛਾ, ਤੇ ਬਹੁਤ ਸਾਰੇ ਨੌਜਵਾਨਾਂ ਨੇ ਆ ਤੁਹਾਡਾ ਵਾਕਿਆ ਦੇਖ ਕੇ ਅਫਸੋਸ ਕੀਤਾ, ਕਈਆਂ ਨੇ ਟਵੀਟ ਕੀਤੇ, ਮੀਮ ਚੱਲੀਆਂ ਬੜੀਆਂ। ਤੁਸੀਂ ਨੌਜਵਾਨਾਂ ਨੂੰ ਕੋਈ ਪੈਗਾਮ ਦੋਗੇ? ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ।
मैं नौजवानों ਨੂੰ एक पैगाम दूंगा, पूंजी करो जो मर्जी करो पर कभी अपनी पसंद की शादी ना करो। जब पसंद की शादी करनी पर शादी तो बाद माँ प्यो की मनो। देखो ना अज मैं बुढ़ी की मन के अपना किड्डा सोहना महल छड्ड के आ टुटियां कोठियां च फिर रहा वा। कभी मैनू किसी की बैठक च सौन नूं जगह लभदी, कभी शाही किले भी मैं 3 दिन रहा वा वीरे, उत्थों भी मैनू यतीम खाने वाले चुक लगे। अगले दिन मैं फिर शाही किले चला गया, मैं भी ढीठ अंग्रेज हाँ। तो मैं गया तो मैनू उन्होंने ਉਹਦੇ गार्डा ने इत्थों बाहों तो फड़ के गया, वो कहते असीं इत्थे नशाई नहीं बहन देते। मेरा ये हाल हो गया वा। तो कभी अपने बुढ़ियां पिछे ना लगो, माँ प्यो की मनो तो माँ प्यो नूं दसो कि ये भी मेरी घर दी है, ये भी अपने घर से छड्ड के आई है, इसकी भी इज्जत करो ताकि वो ज़हन च इदां दी गल ही ना आवे। भैणां वांगू ना रखियो। चलो बस करो, तुसीं ते रोण ही अपना कट्टा ही खोल लिया। बस मैं तो अजीत नाज़रीन, ਤੁਸੀਂ ਦੇਖਿਆ ਕਿ ਸ਼ਹਿਜ਼ਾਦਾ ਹੈਰੀ ਨੇ ਆਪਣੀ ਬੀਵੀ ਦੇ ਪਿੱਛੇ ਲੱਗ ਕੇ ਆਪਣਾ ਘਰ ਛੱਡਤਾ, ਆਪਣੇ ਮਾਂ-ਬਾਪ ਛੱਡ ਦਿੱਤੇ। ਇਦਾਂ ਦੇ ਕਈ ਲੱਖਾਂ ਬੇਟੇ ਨੇ ਜਿਹੜੇ ਕਿ ਆਪਣੀਆਂ ਬੀਵੀਆਂ ਦੇ ਗੇੜੇ 'ਚ ਆ ਕੇ ਘਰਦਿਆਂ ਨੂੰ ਪੁੱਛਦੇ ਵੀ ਨਹੀਂ ਗਏ। ਤੇ ਖੁਦਾਰਾ ਆਪਣੇ ਵਾਲਿਦੈਨ ਦੀ ਖਿਦਮਤ ਕਰੋ, ਉਹਨਾਂ ਦੇ ਕੋਲ ਰਹੋ, ਬੁਢਾਪੇ 'ਚ ਉਹਨਾਂ ਦਾ ਸਹਾਰਾ ਬਣੋ। ਇਸੇ ਦੇ ਨਾਲ ਹੀ ਸਾਨੂੰ ਇਸ ਪ੍ਰੋਗਰਾਮ 'ਚੋਂ ਦਿਓ ਇਜਾਜ਼ਤ। ਦੇਖਦੇ ਰਹੋ IM TV। ਅੱਲਾ ਹਾਫਿਜ਼।